ਇਸ ਵੀਡੀਓ ਨੂੰ ਦੇਖ ਰਹੇ ਸਾਰੇ ਵਿਊਅਰਸ ਦਾ ਸਵਾਗਤ ਹੈ। ਤੁਸੀਂ ਦੇਖ ਰਹੇ ਹੋ ਸਟੱਡੀਜ਼ ਚੈਨਲ ਤੇ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਕੰਟੀਨਿਊ ਕਰਨ ਜਾ ਰਹੇ ਹਾਂ ਲੈਟਰ A ਤੋਂ ਸਟਾਰਟ ਹੋਣ ਵਾਲੇ ਇੰਗਲਿਸ਼ ਵਰਡਸ, ਜਿਨ੍ਹਾਂ ਦਾ ਅਸੀਂ ਪੰਜਾਬੀ ਵਿੱਚ ਪੂਰਾ ਨਿਚੋੜ ਕੱਢਾਂਗੇ। ਮੇਰਾ ਮਤਲਬ ਹੈ ਪੂਰੀ ਤਰ੍ਹਾਂ ਇਹਨਾਂ ਵਰਡਸ ਦੀ ਸਿੱਖਾਂਗੇ ਪੰਜਾਬੀ, ਜਿਹਦੇ 'ਚ ਪੰਜਾਬੀ 'ਚ ਮੀਨਿੰਗ ਸਿੱਖ ਕੇ ਸੈਂਟੈਂਸਸ ਬਣਾ ਕੇ ਵੀ ਦੇਖਾਂਗੇ ਕਿ ਕਿਵੇਂ ਯੂਜ਼ ਕੀਤੇ ਜਾਂਦੇ ਨੇ ਇਹ ਵਰਡਸ। ਚਲਿਏ ਫਿਰ ਕਰੀਏ ਸਟਾਰਟ। ਆਜੋ ਜੀ ਅੱਜ ਦੇ ਪਹਿਲੇ ਵਰਡ ਤੇ, ਜੋ ਹੈ ਐਡਵਾਂਸਮੈਂਟ। ਐਡਵਾਂਸਮੈਂਟ ਦਾ ਮੀਨਿੰਗ ਹੁੰਦਾ ਹੈ ਪ੍ਰੋਗਰੈਸ ਜਾਂ ਫਿਰ ਡਿਵੈਲਪਮੈਂਟ ਟੂਵਰਡਸ ਅ ਹਾਇਰ ਔਰ ਮੋਰ ਐਡਵਾਂਸ ਸਟੇਟ, ਜਿਹਨੂੰ ਪੰਜਾਬੀ ਵਿੱਚ ਕਿਹਾ ਜਾਂਦਾ ਹੈ ਉੱਨਤੀ ਕਰਨਾ ਜਾਂ ਤਰੱਕੀ ਕਰਨਾ। ਪੇਸ਼ਗੀ ਤੇ ਬਿਆਨਾ ਵਰਡਸ ਵੀ ਯੂਜ਼ ਹੋ ਜਾਂਦੇ ਹਨ ਜਿੱਥੇ ਵਰਡ ਆਂਦਾ ਹੈ ਐਡਵਾਂਸ। ਜਦੋਂ ਆਪਾਂ ਕਹਿੰਦੇ ਨਾ ਐਡਵਾਂਸ ਮਨੀ ਦਿੱਤੀ, ਐਡਵਾਂਸ 'ਚ ਪੈਸੇ ਦਿੱਤੇ, ਉਹਦੇ ਵਾਸਤੇ ਵਰਡਸ ਯੂਜ਼ ਹੁੰਦੇ ਆ ਪੇਸ਼ਗੀ ਦਿੱਤੀ ਜਾਂ ਬਿਆਨਾ ਦਿੱਤਾ। ਜਦੋਂ ਵਰਡ ਆਂਦਾ ਹੈ ਐਡਵਾਂਸਮੈਂਟ ਤੇ ਉਹਦੇ ਵਾਸਤੇ ਯੂਜ਼ ਹੁੰਦਾ ਹੈ ਜਾਂ ਉੱਨਤੀ ਯੂਜ਼ ਕਰ ਸਕਦੇ ਜਾਂ ਤਰੱਕੀ ਕਹਿ ਸਕਦੇ ਹਾਂ। ਉੱਨਤੀ ਕੀਤੀ ਜਾਂ ਤਰੱਕੀ ਕੀਤੀ। ਹੁਣ ਸੈਂਟੈਂਸ ਦੇਖ ਲੈਂਦੇ ਹਾਂ। ਦ ਐਡਵਾਂਸਮੈਂਟ ਆਫ ਟੈਕਨੋਲੋਜੀ ਹੈਜ਼ ਮੇਡ ਆਰ ਲਾਈਵਸ ਈਜ਼ੀਅਰ। ਐਡਵਾਂਸਮੈਂਟ ਆਫ ਟੈਕਨੋਲੋਜੀ, ਟੈਕਨੋਲੋਜੀ ਦੀ ਤਰੱਕੀ, ਤਾਂ ਐਡਵਾਂਸਮੈਂਟ ਹੋ ਗਿਆ ਤਰੱਕੀ, ਨੇ ਸਾਡੇ ਜੀਵਨ ਨੂੰ ਆਸਾਨ ਬਣਾ ਦਿੱਤਾ ਹੈ। ਹੈਜ਼ ਮੇਡ ਆਰ ਲਾਈਵਸ ਈਜ਼ੀਅਰ। ਚੱਲਦੇ ਹਾਂ ਸੈਕਿੰਡ ਵਰਡ ਤੇ। ਸੈਕਿੰਡ ਵਰਡ ਹੈ ਐਡਵਾਂਟੇਜ। ਐਡਵਾਂਟੇਜ ਮੀਨਸ ਅ ਕੰਡੀਸ਼ਨ or a circumstance that puts one in a superior position, ਜਿਹਦੇ ਨਾਲ ਕੋਈ ਪਰਸਨ ਸੁਪੀਰੀਅਰ ਪੋਜੀਸ਼ਨ 'ਚ ਆ ਜਾਂਦਾ ਹੈ, ਯਾਨੀ ਉਹਨੂੰ ਕੀ ਹੋ ਜਾਂਦਾ ਹੈ, ਫਾਇਦਾ ਹੋ ਗਿਆ, ਜਾਂ ਆਪਾਂ ਕਹਿ ਸਕਦੇ ਹਾਂ ਲਾਭ ਹੋ ਗਿਆ, ਜਾਂ ਐਡਵਾਂਟੇਜ ਨੂੰ ਆਪਾਂ ਇਹ ਵੀ ਕਹਿ ਸਕਦੇ ਕੋਈ ਅਵਸਰ ਮਿਲ ਗਿਆ, ਨਿਊ ਓਪਰਚੁਨਿਟੀ ਮਿਲ ਗਈ, ਤਾਂ ਉਹਦੇ ਵਾਸਤੇ ਵੀ ਐਡਵਾਂਟੇਜ ਵਰਡ ਯੂਜ਼ ਹੁੰਦਾ ਹੈ। ਤੇ ਪੰਜਾਬੀ ਵਿੱਚ ਅਸੀਂ ਕੀ ਕਿਹਾ, ਫਾਇਦਾ, ਲਾਭ ਜਾਂ ਅਵਸਰ। Having good communication skills is a great advantage in the workplace. Good communication skills, ਚੰਗੀ ਸੰਚਾਰ ਕਲਾ। Good, ਚੰਗੀ, communication ਸੰਚਾਰ, skills ਕਲਾ, ਚੰਗੀ ਸੰਚਾਰ ਕਲਾ ਹੋਣਾ ਕੰਮ ਕਾਜ ਦੀ ਥਾਂ ਤੇ, ਵਰਕਪਲੇਸ ਹੋ ਗਿਆ ਕੰਮ ਕਾਜ ਦੀ ਥਾਂ ਤੇ, ਵੱਡਾ ਫਾਇਦਾ ਹੈ। ਐਡਵਾਂਟੇਜ ਫਾਇਦਾ। ਲਾਭ ਵੀ ਕਹਿ ਸਕਦੇ ਹਾਂ, ਵੱਡਾ ਲਾਭ ਹੈ। ਤਾਂ ਚੰਗੀ ਸੰਚਾਰ ਕਲਾ ਹੋਣਾ ਕੰਮਕਾਜ ਦੀ ਥਾਂ ਤੇ ਵੱਡਾ ਫਾਇਦਾ ਹੈ। ਇਸ ਦੇ ਨਾਲ ਅਸੀਂ ਸਿੱਖਿਆ ਕਿ ਐਡਵਾਂਟੇਜ ਨੂੰ ਕੀ ਕਿਹਾ ਜਾਂਦਾ ਹੈ, ਫਾਇਦਾ ਕਹਿ ਸਕਦੇ ਹਾਂ ਜਾਂ ਲਾਭ ਵੀ ਕਹਿ ਸਕਦੇ ਹਾਂ। ਥਰਡ ਵਰਡ ਤੇ ਚੱਲਦੇ ਹਾਂ, ਜੋ ਕਿ ਹੈ ਐਡਵੈਂਚਰਸ। ਐਡਵੈਂਚਰਸ ਦਾ ਮਤਲਬ ਹੁੰਦਾ ਹੈ ਪਰਸਨ ਲਾਈਕ ਹੂ ਇਜ਼ ਵਿਲਿੰਗ ਟੂ ਟੇਕ ਰਿਸਕ ਔਰ ਟਰਾਈ ਆਊਟ ਨਿਊ ਔਰ ਐਕਸਾਈਟਿੰਗ ਐਕਟੀਵਿਟੀਜ਼। ਇਨ ਸ਼ਾਰਟ ਅਸੀਂ ਕਹਿ ਸਕਦੇ ਬਹੁਤ ਡੇਅਰਿੰਗ ਜਾਂ ਬਹੁਤ ਬੋਲਡ, ਉਹਨੂੰ ਅਸੀਂ ਕਹਿੰਦੇ ਹਾਂ ਐਡਵੈਂਚਰਸ। ਡੇਅਰਿੰਗ ਹੋਣਾ, ਬੋਲਡ ਹੋਣਾ। ਪੰਜਾਬੀ ਵਿੱਚ ਐਡਵੈਂਚਰਸ ਨੂੰ ਕਿਹਾ ਜਾਏਗਾ ਸਾਹਸੀ ਜਾਂ ਦਲੇਰ ਜਾਂ ਬਹਾਦਰ ਵੀ ਕਹਿ ਸਕਦੇ ਹਾਂ। ਬਹਾਦਰ, ਸਾਹਸੀ, ਦਲੇਰ, ਬਹਾਦਰ। ਸ਼ੀ ਇਜ਼ ਐਨ ਐਡਵੈਂਚਰਸ ਪਰਸਨ ਹੂ ਲਵਸ ਟੂ ਐਕਸਪਲੋਰ ਨਿਊ ਪਲੇਸਿਸ। ਉਹ ਇੱਕ ਐਡਵੈਂਚਰਸ ਮਤਲਬ ਸਾਹਸੀ ਵਿਅਕਤੀ ਹੈ। ਸਾਹਸੀ ਵੀ ਕਹਿ ਸਕਦੇ ਹਾਂ ਜਾਂ ਕਹਿ ਸਕਦੇ ਉਹ ਇੱਕ ਦਲੇਰ ਵਿਅਕਤੀ ਹੈ, ਉਹ ਇੱਕ ਬਹਾਦਰ ਵਿਅਕਤੀ ਹੈ ਜੋ ਨਵੇਂ ਸਥਾਨਾਂ ਦੀ ਖੋਜ ਕਰਨਾ ਪਸੰਦ ਕਰਦੀ ਹੈ। ਐਕਸਪਲੋਰ ਕਰਨਾ ਮਤਲਬ ਖੋਜ ਕਰਨਾ। ਟਰਾਈ ਕਰਿਆ ਕਰੋ ਕਿ ਜਿਹੜਾ ਸੈਂਟੈਂਸ ਹੈ ਉਹਦੇ 'ਚ ਜੇ ਹੋਰ ਵੀ ਕੋਈ ਇੰਗਲਿਸ਼ ਦੇ ਵਰਡਸ ਹੈ ਜਿਨ੍ਹਾਂ ਦਾ ਤੁਸੀਂ ਮੀਨਿੰਗ ਨਹੀਂ ਜਾਣਦੇ ਹੋ, ਤਾਂ ਟਰਾਈ ਕਰੋ ਨਾਲ ਦੀ ਨਾਲ ਉਹਦਾ ਪੰਜਾਬੀ ਵਿੱਚ ਮੀਨਿੰਗ ਸਿੱਖ ਲਓ। ਜਿਵੇਂ ਐਕਸਪਲੋਰ ਹੈ ਖੋਜ ਕਰਨਾ, ਲਵਸ ਟੂ ਪਸੰਦ ਕਰਦੀ ਹੈ। ਤੇ ਅਸੀਂ ਸਿੱਖਿਆ ਐਡਵੈਂਚਰਸ ਨੂੰ ਪੰਜਾਬੀ ਵਿੱਚ ਕੀ ਕਿਹਾ ਜਾਂਦਾ ਹੈ, ਸਾਹਸੀ ਕਹਿ ਸਕਦੇ ਹਾਂ, ਦਲੇਰ ਕਹਿ ਸਕਦੇ ਹਾਂ ਜਾਂ ਬਹਾਦਰ ਕਹਿ ਸਕਦੇ ਹਾਂ। ਫੋਰਥ ਵਰਡ ਤੇ ਚੱਲਦੇ ਹਾਂ। ਫੋਰਥ ਵਰਡ ਹੈ ਐਡਵਰਸ ਸਰਕਮਸਟਾਂਸਿਸ। ਐਡਵਰਸ ਸਰਕਮਸਟਾਂਸਿਸ ਮੀਨਸ ਲਾਈਕ difficult ਜਾਂ unfavorable conditions that present basically challenges or hardships. Unfavorable conditions, adverse circumstances, unfavorable conditions। ਤਾਂ ਹੁਣ ਪੰਜਾਬੀ ਵਿੱਚ ਦੇਖਦੇ ਹਾਂ, ਵਿਪਰੀਤ ਹਾਲਾਤ। ਵਿਪਰੀਤ ਹਾਲਾਤ ਵੀ ਕਹਿ ਸਕਦੇ ਹਾਂ, ਪ੍ਰਤੀਕੂਲ ਹਾਲਾਤ ਵੀ ਕਹਿ ਸਕਦੇ ਹਾਂ। ਵਿਪਰੀਤ ਜਾਂ ਪ੍ਰਤੀਕੂਲ ਹਾਲਾਤ, circumstances, ਹਾਲਾਤ। He remained calm even in adverse circumstances. ਉਹ ਵਿਪਰੀਤ ਹਾਲਾਤਾਂ ਵਿੱਚ ਵੀ ਸ਼ਾਂਤ ਰਿਹਾ। ਕਾਮ, ਸ਼ਾਂਤ ਰਿਹਾ। ਐਡਵਰਸ, ਵਿਪਰੀਤ, ਸਰਕਮਸਟਾਂਸਿਸ, ਹਾਲਾਤਾਂ। ਤਾਂ ਐਡਵਰਸ ਸਰਕਮਸਟਾਂਸਿਸ, ਵਿਪਰੀਤ ਹਾਲਾਤ ਜਾਂ ਪ੍ਰਤੀਕੂਲ ਹਾਲਾਤ। ਫਿਫਥ ਵਰਡ ਇਜ਼ ਐਡਵਰਸਿਟੀ। ਪਹਿਲੇ ਅਸੀਂ ਕੀਤਾ ਐਡਵਰਸ ਸਰਕਮਸਟਾਂਸਿਸ, ਜਿਹਦਾ ਮਤਲਬ ਵੀ ਇਹੀ ਸੀ ਕਿ ਇੱਦਾਂ ਦੇ ਸਰਕਮਸਟਾਂਸਿਸ ਕ੍ਰੀਏਟ ਹੋ ਜਾਣੇ ਜਿਹੜੇ ਅਨਫੇਵਰੇਬਲ ਹੈ। ਇੱਦਾਂ ਹੀ ਐਡਵਰਸਿਟੀ ਵੀ ਆਲਮੋਸਟ ਸੇਮ ਹੀ ਵਰਡ ਹੈ। ਐਡਵਰਸਿਟੀ ਦਾ ਮਤਲਬ ਵੀ ਇਹੀ ਹੁੰਦਾ ਸਟੇਟ ਆਫ ਲਾਈਕ ਡਿਫਿਕਲਟੀ ਔਰ ਮਿਸਫੋਰਚੂਨ ਕਹਿ ਸਕਦੇ ਹਾਂ, ਜਾਂ ਫਿਰ ਕਹਿ ਸਕਦੇ ਹਾਂ ਚੈਲੰਜਿੰਗ ਔਰ ਡਿਫਿਕਲਟ ਸਿਚੁਏਸ਼ਨ। ਤਾਂ ਐਡਵਰਸਿਟੀ ਨੂੰ ਪੰਜਾਬੀ ਵਿੱਚ ਕਿਹਾ ਜਾਂਦਾ ਹੈ ਸੰਕਟ।
ਜਾਂ ਵਿਪਤਾ ਕਹਿ ਸਕਦੇ ਹਾਂ ਜਾਂ ਮੁਸੀਬਤ। ਅਸੀਂ ਕਹਿੰਦੇ ਨਾ ਐਡਵਰਸਿਟੀ ਦੀ ਸਿਚੁਏਸ਼ਨ ਆ ਗਈ, ਮਤਲਬ ਸੰਕਟ ਪੈ ਗਿਆ ਜਾਂ ਵਿਪਤਾ ਪੈ ਗਈ ਜਾਂ ਮੁਸੀਬਤ ਪੈ ਗਈ। ਐਡਵਰਸਿਟੀ ਟੀਚਸ ਅਸ ਵੈਲਿਊਏਬਲ ਲੈਸਨਸ ਇਨ ਲਾਈਫ। ਐਡਵਰਸਿਟੀ ਯਾਨੀ ਮੁਸੀਬਤ ਦਾ ਟਾਈਮ ਕਹਿ ਸਕਦੇ ਹੋ ਜਾਂ ਸੰਕਟ ਜਾਂ ਵਿਪਤਾ ਸਾਨੂੰ ਜੀਵਨ ਵਿੱਚ ਕੀਮਤੀ ਸਿੱਖਿਆ ਦਿੰਦੀ ਹੈ। ਵੈਲਿਊਏਬਲ ਲੈਸਨਸ, ਕੀਮਤੀ ਸਿੱਖਿਆ ਦਿੰਦੀ ਹੈ। ਐਡਵਰਸਿਟੀ, ਸੰਕਟ, ਵਿਪਤਾ ਜਾਂ ਮੁਸੀਬਤ। ਨੈਕਸਟ 6th ਵਰਡ ਇਜ਼ ਅਸਥੈਟਿਕ। ਅਸਥੈਟਿਕ ਹੁੰਦਾ ਹੈ ਇਟ ਇਜ਼ ਬੇਸਿਕਲੀ ਕੰਸਰਨਡ ਵਿਦ ਬਿਊਟੀ ਜਾਂ ਫਿਰ ਐਪਰੀਸ਼ੀਏਟ ਕਰਨਾ ਬਿਊਟੀ ਨੂੰ, ਐਪਰੀਸੀਏਸ਼ਨ ਆਫ ਬਿਊਟੀ, ਜਾਂ ਫਿਰ ਆਪਾਂ ਕਹਿ ਸਕਦੇ ਹਾਂ ਕਿ ਆਰਟਿਸਟਿਕ ਜਾਂ ਬਿਊਟੀਫੁਲ ਕੁਆਲਿਟੀਜ਼ ਆਫ ਸਮਥਿੰਗ। ਤਾਂ ਅਸਥੈਟਿਕ ਹੋ ਗਿਆ ਬਿਊਟੀ ਨੂੰ ਐਪਰੀਸ਼ੀਏਟ ਕਰਨਾ। ਤਾਂ ਅਸੀਂ ਕਹਿ ਸਕਦੇ ਹਾਂ ਸੌਂਦਰਾਤਮਕ ਜਾਂ ਸੁੰਦਰਤਾਮਈ। ਦ ਅਸਥੈਟਿਕ ਡਿਜ਼ਾਈਨ ਆਫ ਦ ਬਿਲਡਿੰਗ ਇਜ਼ ਟਰੂਲੀ ਰਿਮਾਰਕੇਬਲ। ਅਸਥੈਟਿਕ ਡਿਜ਼ਾਈਨ ਮਤਲਬ ਬਹੁਤ ਹੀ ਸੋਹਣਾ ਅਸਥੈਟਿਕ ਡਿਜ਼ਾਈਨ ਹੈ, ਯਾਨੀ ਸੁੰਦਰਾਤਮਕ ਜਾਂ ਸੁੰਦਰਤਾਮਈ ਡਿਜ਼ਾਈਨ ਹੈ। ਆਸਾਨ ਵਰਡ ਹੈ ਸੁੰਦਰਤਾਮਈ, ਤਾਂ ਸੁੰਦਰਤਾਮਈ ਬੈਟਰ ਵਰਡ ਹੈ ਯੂਜ਼ ਕਰਨ ਲਈ। ਇਸ ਇਮਾਰਤ ਦਾ ਸੁੰਦਰਤਾਮਈ ਡਿਜ਼ਾਈਨ, ਅਸਥੈਟਿਕ ਡਿਜ਼ਾਈਨ, ਸੁੰਦਰਤਾਮਈ ਡਿਜ਼ਾਈਨ ਬੇਹੱਦ ਧਿਆਨ ਖਿੱਚਣ ਵਾਲਾ ਹੈ। ਟਰੂਲੀ ਰਿਮਾਰਕੇਬਲ, ਰਿਮਾਰਕੇਬਲ ਮਤਲਬ ਕੋਈ ਅਟਰੈਕਟ ਕਰ ਰਹੀ ਹੈ ਚੀਜ਼ ਆਪਣੇ ਵੱਲ, ਤਾਂ ਧਿਆਨ ਖਿੱਚਣ ਵਾਲਾ। ਤਾਂ ਅਸਥੈਟਿਕ, ਸੁੰਦਰਤਾਮਈ। ਨੈਕਸਟ ਵਰਡ ਇਜ਼ ਅਫੇਅਰਸ। ਜਨਰਲੀ ਇਹ ਅਫੇਅਰਸ ਵਰਡ ਯੂਜ਼ ਕੀਤਾ ਜਾਂਦਾ ਹੈ ਜਿਵੇਂ ਡੇ ਟੂ ਡੇ ਮੈਟਰਸ ਜਾਂ ਈਵੈਂਟਸ, ਜਿਵੇਂ ਅਸੀਂ ਕਹਿ ਦਿੰਦੇ ਹਾਂ ਪਰਸਨਲ ਅਫੇਅਰਸ ਜਾਂ ਪ੍ਰੋਫੈਸ਼ਨਲ ਅਫੇਅਰਸ, ਮਤਲਬ ਪਰਸਨਲ ਮੈਟਰਸ ਜਾਂ ਪ੍ਰੋਫੈਸ਼ਨਲ ਮੈਟਰਸ, ਬਿਜ਼ਨਸ ਮੈਟਰਸ, ਤਾਂ ਸਾਰਿਆਂ ਵਾਸਤੇ ਅਫੇਅਰਸ ਵਰਡ ਯੂਜ਼ ਹੁੰਦਾ। ਯਾਨੀ ਪੰਜਾਬੀ ਵਿੱਚ ਦੇਖਿਆ ਜਾਏ ਤਾਂ ਮਾਮਲੇ ਕਹਿ ਸਕਦੇ ਹਾਂ ਜਾਂ ਕੰਮਕਾਜ, ਮਾਮਲੇ ਜਾਂ ਕੰਮਕਾਜ। ਦ ਗਵਰਨਮੈਂਟ ਇਜ਼ ਹੈਂਡਲਿੰਗ ਇੰਟਰਨੈਸ਼ਨਲ ਅਫੇਅਰਸ ਵਿਦ ਕੌਸ਼ਨ। ਸਰਕਾਰ ਅੰਤਰਰਾਸ਼ਟਰੀ ਮਾਮਲਿਆਂ ਨੂੰ ਸਾਵਧਾਨੀ ਨਾਲ ਸੰਭਾਲ ਰਹੀ ਹੈ। ਅਫੇਅਰਸ ਮਾਮਲੇ, ਇੰਟਰਨੈਸ਼ਨਲ ਅੰਤਰਰਾਸ਼ਟਰੀ, ਕੌਸ਼ਨ ਸਾਵਧਾਨੀ, ਹੈਂਡਲਿੰਗ ਸੰਭਾਲ ਰਹੀ। ਤਾਂ ਸਰਕਾਰ ਅੰਤਰਰਾਸ਼ਟਰੀ ਮਾਮਲਿਆਂ ਨੂੰ ਸਾਵਧਾਨੀ ਨਾਲ ਸੰਭਾਲ ਰਹੀ ਹੈ। ਤਾਂ ਅਫੇਅਰਸ ਲਈ ਅਸੀਂ ਵਰਡ ਯੂਜ਼ ਕੀਤਾ ਮਾਮਲੇ ਜਾਂ ਕੰਮਕਾਜ। ਦੈਨ 8th ਵਰਡ ਇਜ਼ ਅਫੈਕਟ। ਅਫੈਕਟ ਮੀਨਸ ਟੂ ਹੈਵ ਐਨ ਇਨਫਲੂਐਂਸ, ਜਾਂ ਫਿਰ ਕਿਸੇ ਨੂੰ ਇੰਪੈਕਟ ਕਰਨਾ, ਕਿਸੇ ਚੀਜ਼ ਨੂੰ ਜਾਂ ਸਮਥਿੰਗ ਔਰ ਸਮਵਨ ਨੂੰ ਇੰਪੈਕਟ ਕਰਨਾ। ਅਫੈਕਟ ਅਤੇ ਕਿਸੇ ਨੂੰ ਇੰਪੈਕਟ ਕਰਨਾ, ਇਹਨੂੰ ਪੰਜਾਬੀ ਵਿੱਚ ਕੀ ਕਹਾਂਗੇ? ਕਿਸੇ ਨੂੰ ਪ੍ਰਭਾਵਿਤ ਕਰਨਾ, ਕਿਸੇ 'ਤੇ ਪ੍ਰਭਾਵ ਪਾਉਣਾ, ਪ੍ਰਭਾਵਿਤ ਕਰਨਾ। ਦ ਨਿਊ ਪੋਲਿਸੀ ਵਿਲ ਅਫੈਕਟ ਦ ਵਰਕਿੰਗ ਆਵਰਸ ਆਫ ਇੰਪਲੋਈਜ਼। ਨਿਊ ਪੋਲਿਸੀ ਨਵੀਂ ਨੀਤੀ, ਵਿਲ ਅਫੈਕਟ ਪ੍ਰਭਾਵਿਤ ਕਰੇਗੀ, ਦ ਵਰਕਿੰਗ ਆਵਰਸ ਕੰਮ ਦੇ ਘੰਟਿਆਂ ਨੂੰ, ਆਫ ਇੰਪਲੋਈਜ਼ ਕਰਮਚਾਰੀਆਂ ਦੇ। ਤਾਂ ਅਫੈਕਟ ਪ੍ਰਭਾਵਿਤ ਕਰਨਾ। ਅਫਰਮ, ਅਫਰਮ ਦਾ ਮਤਲਬ ਹੁੰਦਾ ਹੈ ਡਿਕਲੇਅਰ ਕਰਨਾ ਜਾਂ ਕਨਫਰਮ ਕਰਨਾ ਸਮਥਿੰਗ ਐਜ਼ ਲਾਈਕ ਟਰੂ ਔਰ ਵੈਲਿਡ, ਕਿ ਹਾਂ ਇਹ ਚੀਜ਼ ਟਰੂ ਹੈ ਜਾਂ ਇਹ ਚੀਜ਼ ਵੈਲਿਡ ਹੈ। ਟੂ ਅਫਰਮ ਨੂੰ ਪੰਜਾਬੀ ਵਿੱਚ ਕਹਾਂਗੇ ਪੱਕਾ ਕਰਨਾ। ਦ ਵਿਟਨੈਸ ਵਾਜ਼ ਆਸਕਡ ਟੂ ਅਫਰਮ ਹਿਜ਼ ਸਟੇਟਮੈਂਟ ਇਨ ਕੋਰਟ। ਵਿਟਨੈਸ ਗਵਾਹ, ਗਵਾਹ ਨੂੰ ਅਦਾਲਤ ਵਿੱਚ, ਕੋਰਟ ਵਿੱਚ ਆਪਣੇ ਬਿਆਨ ਨੂੰ, ਸਟੇਟਮੈਂਟ ਬਿਆਨ ਨੂੰ ਪੱਕਾ ਕਰਨ ਲਈ ਕਿਹਾ ਗਿਆ। ਤਾਂ ਅਫਰਮ ਦਾ ਮਤਲਬ ਹੋ ਗਿਆ ਪੱਕਾ ਕਰਨਾ। 10th ਵਰਡ ਹੈ ਅਫਿਕਸ। ਅਫਿਕਸ ਦਾ ਮਤਲਬ ਹੁੰਦਾ ਕਿਸੇ ਚੀਜ਼ ਦੇ ਉੱਪਰ ਅਟੈਚ ਕਰਨਾ ਜਾਂ ਐਡ ਕਰਨਾ। ਤਾਂ ਅਫਿਕਸ ਨੂੰ ਪੰਜਾਬੀ ਵਿੱਚ ਕਹਿ ਸਕਦੇ ਹਾਂ ਚਿਪਕਾਉਣਾ ਜਾਂ ਲਗਾਉਣਾ। ਬੇਸਿਕਲੀ ਅਟੈਚ ਕੀਤਾ, ਚਿਪਕਾਇਆ ਜਾਂ ਲਗਾਇਆ, ਚਿਪਕਾਉਣਾ ਜਾਂ ਲਗਾਉਣਾ। ਪਲੀਜ਼ ਅਫਿਕਸ ਯੋਰ ਸਿਗਨੇਚਰ ਐਟ ਦ ਬਾਟਮ ਆਫ ਦ ਡਾਕੂਮੈਂਟ। ਕਿਰਪਾ ਕਰਕੇ ਦਸਤਾਵੇਜ਼ ਦੇ ਹੇਠਾਂ ਆਪਣਾ ਦਸਖਤ, ਸਿਗਨੇਚਰ ਦਸਖਤ ਲਗਾਓ। ਅਫਿਕਸ ਯੋਰ ਸਿਗਨੇਚਰ ਲਗਾਓ। ਹੁਣ ਦਸਖਤ ਲਈ ਆਪਾਂ ਚਿਪਕਾਉਣਾ ਵਰਡ ਨਹੀਂ ਯੂਜ਼ ਕਰ ਸਕਦੇ, ਤਾਂ ਇੱਥੇ ਹੋ ਗਿਆ ਲਗਾਓ। ਸੈਂਟੈਂਸ ਦੇ ਹਿਸਾਬ ਨਾਲ ਸਾਨੂੰ ਦੇਖਣਾ ਪੈਂਦਾ ਹੈ ਕਿ ਕਿਹੜਾ ਵਰਡ ਯੂਜ਼ ਕੀਤਾ ਜਾਏਗਾ। ਤਾਂ ਅਫਿਕਸ ਦਾ ਚਿਪਕਾਉਣਾ ਵੀ ਹੋ ਸਕਦਾ ਹੈ, ਲਗਾਉਣਾ ਵੀ ਹੋ ਸਕਦਾ ਹੈ। ਨੈਕਸਟ ਵਰਡ ਇਜ਼ ਅਫਲਿਕਟ ਜਾਂ ਅਫਲਿਕਸ਼ਨ ਵੀ ਕਹਿ ਸਕਦੇ ਹਾਂ। ਇਹਦਾ ਮਤਲਬ ਹੁੰਦਾ ਹੈ ਕਿਸੇ ਨੂੰ ਪੇਨ ਦੇਣਾ ਜਾਂ ਸਫਰਿੰਗ ਦੇਣਾ, ਜਾਂ ਫਿਰ ਕੋਈ ਫਿਜ਼ੀਕਲ ਜਾਂ ਮੈਂਟਲ ਸਫਰਿੰਗ ਦੀ ਕੰਡੀਸ਼ਨ ਹੈ, ਉਹਨੂੰ ਅਫਲਿਕਟ ਜਾਂ ਅਫਲਿਕਸ਼ਨ ਕਿਹਾ ਜਾਂਦਾ ਹੈ। ਯਾਨੀ ਪੰਜਾਬੀ ਵਿੱਚ ਦੇਖਿਆ ਜਾਏ ਤਾਂ ਇਹਨੂੰ ਕਹਾਂਗੇ ਕਿਸੇ ਨੂੰ ਪੀੜਤ ਕਰਨਾ ਜਾਂ ਪੀੜਾ ਦੇਣੀ। ਮੈਨੀ ਪੀਪਲ ਵਰ ਅਫਲਿਕਟਡ ਬਾਈ ਦ ਰੀਸੈਂਟ ਆਊਟਬ੍ਰੇਕ ਆਫ ਦ ਡਿਸੀਜ਼। ਹਾਲ ਹੀ ਵਿੱਚ ਫੈਲੀ ਬਿਮਾਰੀ ਨੇ ਬਹੁਤ ਸਾਰੇ ਲੋਕਾਂ ਨੂੰ ਪੀੜਤ ਕੀਤਾ। ਅਫਲਿਕਟਡ ਬਾਏ, ਪੀੜਤ ਕੀਤਾ। ਤਾਂ ਐਫਲਿਕਟ ਜਾਂ ਐਫਲਿਕਸ਼ਨ ਨੂੰ ਅਸੀਂ ਕਹਿ ਸਕਦੇ ਹਾਂ ਪੀੜਤ ਕਰਨਾ ਜਾਂ ਪੀੜਾ ਦੇਣਾ। ਨੈਕਸਟ ਵਰਡ ਹੈ ਐਫਲੂਐਂਟ। ਐਫਲੂਐਂਟ ਹੁੰਦਾ ਹੈ ਵੈਲਦੀ ਪਰਸਨ
ਜਾਂ ਕਹਿ ਸਕਦੇ ਹਾਂ ਕਿ ਬਹੁਤ ਜ਼ਿਆਦਾ ਜਿਹਦੇ ਕੋਲ ਅਬੰਡੈਂਸ ਆਫ ਮਨੀ ਹੈ ਜਾਂ ਮਟੀਰੀਅਲ ਚੀਜ਼ਾਂ ਹੈ, ਮਟੀਰੀਅਲ ਗੁੱਡਸ ਦੀ ਬਹੁਤ ਜ਼ਿਆਦਾ ਅਬੰਡੈਂਸ ਹੈ, ਬਹੁਤ ਜ਼ਿਆਦਾ ਕੁਛ ਹੈ ਉਹਦੇ ਕੋਲ, ਤਾਂ ਪੰਜਾਬੀ ਵਿੱਚ ਕਿਹਾ ਜਾ ਸਕਦਾ ਹੈ ਧਨਾਢ, ਬਹੁਤ ਅਮੀਰ ਕਹਿ ਸਕਦੇ ਹਾਂ ਜਾਂ ਧਨਵਾਨ ਵੀ ਕਹਿ ਸਕਦੇ ਹਾਂ। ਕਾਮਨ ਜਿਹੜੇ ਲੋਕ ਹੈ ਮੋਸਟਲੀ ਅਮੀਰ ਵਰਡ ਯੂਜ਼ ਕਰਦੇ ਨੇ, ਪਰ ਧਨਾਢ ਵਰਡ ਵੀ ਬਹੁਤ ਵਧੀਆ ਹੈ, ਧਨਵਾਨ ਵਰਡ ਵੀ ਯੂਜ਼ ਕਰ ਸਕਦੇ ਹਾਂ। ਹੀ ਕਮਸ ਫਰੋਮ ਐਨ ਅਫਲੂਐਂਟ ਫੈਮਿਲੀ ਵਿਦ ਅ ਸਕਸੈਸਫੁਲ ਬਿਜ਼ਨਸ। ਉਹ ਇੱਕ ਧਨਾਢ ਪਰਿਵਾਰ ਤੋਂ ਹੈ ਜਿਸ ਦਾ ਇੱਕ ਸਫਲ ਕਾਰੋਬਾਰ ਹੈ। ਨੈਕਸਟ ਵਰਡ ਹੈ ਅਫੋਰਡ। ਅਫੋਰਡ ਦਾ ਮਤਲਬ ਹੁੰਦਾ ਹੈ ਜਿਵੇਂ ਅਸੀਂ ਕਹਿੰਦੇ ਹਾਂ ਮੈਂ ਅਫੋਰਡ ਕਰ ਸਕਦਾ, ਮੀਨਸ ਆਈ ਹੈਵ ਇਨਫ ਮਨੀ ਔਰ ਰਿਸੋਰਸਿਸ ਟੂ ਪੇ ਫॉर ਸਮਥਿੰਗ। ਤਾਂ ਪੰਜਾਬੀ ਵਿੱਚ ਅਫੋਰਡ ਨੂੰ ਕਹਿ ਸਕਦੇ ਹਾਂ ਸਮਰੱਥ ਹੋਣਾ, ਮਤਲਬ ਮੈਂ ਸਮਰੱਥ ਜਾਂ ਮੈਨੂੰ ਇਹ ਪੁੱਗਦਾ ਹੈ, ਪੁੱਗ ਸਕਣਾ ਕਹਿ ਸਕਦੇ ਹਾਂ, ਸਮਰੱਥ ਹੋਣਾ। ਆਈ ਕਾਂਟ ਅਫੋਰਡ ਟੂ ਬਾਏ ਅ ਨਿਊ ਕਾਰ ਰਾਈਟ ਨਾਓ। ਮੈਂ ਇਸ ਸਮੇਂ ਨਵੀਂ ਕਾਰ ਖਰੀਦਣ ਦੀ ਸਮਰੱਥਾ ਵਿੱਚ ਨਹੀਂ ਹਾਂ। ਤਾਂ ਅਫੋਰਡ ਸਮਰੱਥ ਹੋਣਾ ਜਾਂ ਪੁੱਗਣਾ। ਅੱਗੇ ਚੱਲਦੇ ਹਾਂ ਅਫਰਾਈਟ। ਅਫਰਾਈਟ ਹੁੰਦਾ ਹੈ ਟੂ ਫਰਾਈਟਨ ਸਮਬਡੀ, ਟੂ ਸਕੇਅਰ ਸਮਵਨ ਸਡਨਲੀ ਔਰ ਬਹੁਤ ਬੁਰੀ ਤਰ੍ਹਾਂ, ਸਵੀਅਰਲੀ। ਤਾਂ ਅਫਰਾਈਟ ਨੂੰ ਪੰਜਾਬੀ ਵਿੱਚ ਕਹਿ ਸਕਦੇ ਹਾਂ ਕਿਸੇ ਨੂੰ ਬਹੁਤ ਬੁਰੀ ਤਰ੍ਹਾਂ ਡਰਾਉਣਾ। ਦ ਸਡਨ ਨੋਇਜ਼ ਗੇਵ ਹਿਮ ਐਨ ਅਫਰਾਈਟ। ਅਚਾਨਕ ਹੋਈ ਸ਼ੋਰ ਨੇ ਉਸ ਨੂੰ ਡਰਾ ਦਿੱਤਾ। ਨੈਕਸਟ ਵਰਡ ਇਜ਼ ਅਫਰੇਡ। ਹੁਣ ਉੱਪਰ ਅਸੀਂ ਵਰਡ ਕੀਤਾ ਅਫਰਾਈਟ, ਅਫਰਾਈਟ ਸੀ ਕਿਸੇ ਨੂੰ ਡਰਾਉਣਾ। ਅਫਰੇਡ ਹੁੰਦਾ ਹੈ ਖੁਦ ਹੀ ਡਰ ਜਾਣਾ, ਫੀਲਿੰਗ ਫੀਅਰ ਜਾਂ ਫਿਰ ਕੋਈ ਐਂਜ਼ਾਈਟੀ ਫੀਲ ਕਰਨਾ। ਪੰਜਾਬੀ ਵਿੱਚ ਕਹਿ ਸਕਦੇ ਡਰਿਆ ਹੋਇਆ। ਸ਼ੀ ਵਾਜ਼ ਅਫਰੇਡ ਆਫ ਦ ਡਾਰਕ ਐਜ਼ ਅ ਚਾਈਲਡ। ਬਚਪਨ ਵਿੱਚ ਉਹ ਹਨੇਰੇ ਤੋਂ ਡਰਦੀ ਸੀ। ਤਾਂ ਅਫਰੇਡ ਡਰਨਾ, ਮਤਲਬ ਜਿਹੜਾ ਖੁਦ ਡਰਿਆ ਹੋਇਆ। ਅਫਰਾਈਟ ਕਿਸੇ ਨੂੰ ਡਰਾਉਣਾ। ਦੈਨ ਕਮਸ ਦ ਵਰਡ ਆਫਟਰ ਐਡੀਕੁਏਟ ਕੰਸੀਡਰੇਸ਼ਨ। ਆਫਟਰ ਐਡੀਕੁਏਟ ਕੰਸੀਡਰੇਸ਼ਨ ਹੁੰਦਾ ਮਤਲਬ ਪੂਰਾ ਥੋਰਲੀ ਥਿੰਕਿੰਗ ਤੋਂ ਬਾਅਦ ਜਾਂ ਫਿਰ ਥੋਰਲੀ ਕਿਸੇ ਮੈਟਰ ਨੂੰ ਇਵੈਲੂਏਟ ਕਰਨਾ ਜਾਂ ਕਿਸੇ ਸਿਚੁਏਸ਼ਨ ਨੂੰ ਇਵੈਲੂਏਟ ਕਰਨਾ। ਤਾਂ ਪੂਰੀ ਸੋਚ ਵਿਚਾਰ ਦੇ ਬਾਅਦ, ਪੂਰੀ ਸੋਚ ਵਿਚਾਰ ਦੇ ਬਾਅਦ ਆਫਟਰ ਐਡੀਕੁਏਟ ਕੰਸੀਡਰੇਸ਼ਨ ਵੀ ਡਿਸਾਈਡਡ ਟੂ ਪੋਸਟਪੋਨ ਦਾ ਮੀਟਿੰਗ। ਪੂਰੀ ਸੋਚ ਵਿਚਾਰ ਦੇ ਬਾਅਦ ਅਸੀਂ ਮੀਟਿੰਗ ਨੂੰ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ। ਬਹੁਤ ਜ਼ਿਆਦਾ ਕਾਮਨਲੀ ਯੂਜ਼ ਹੁੰਦਾ ਹੈ ਵਰਡ ਕੋਰਟਸ ਦੇ ਅੰਦਰ ਆਫਟਰ ਐਡੀਕੁਏਟ ਕੰਸੀਡਰੇਸ਼ਨ। ਇਹ ਵਾਲਾ ਵਰਡ ਵੀ ਬਹੁਤ ਜ਼ਿਆਦਾ ਯੂਜ਼ ਹੁੰਦਾ ਹੈ ਆਫਟਰ ਕੰਸਲਟੇਸ਼ਨ ਵਿਦ। ਤਾਂ ਆਫਟਰ ਕੰਸਲਟੇਸ਼ਨ ਵਿਦ ਮਤਲਬ ਆਫਟਰ ਡਿਸਕਸਿੰਗ ਜਾਂ ਫਿਰ ਆਫਟਰ ਸੀਕਿੰਗ ਐਡਵਾਈਸ ਫਰੋਮ ਸਮਵਨ। ਅਸੀਂ ਕਹਿ ਦਿੰਦੇ ਹਾਂ ਅਸੀਂ ਕੰਸਲਟ ਕੀਤਾ ਕਿਸੇ ਨੂੰ। ਆਫਟਰ ਕੰਸਲਟੇਸ਼ਨ ਵਿਦ ਕਿਸੇ ਨਾਲ ਡਿਸਕਸ਼ਨ ਕਰਨ ਤੋਂ ਬਾਅਦ ਜਾਂ ਕਿਸੇ ਦੀ ਐਡਵਾਈਸ ਲੈਣ ਤੋਂ ਬਾਅਦ। ਤਾਂ ਪੰਜਾਬੀ ਵਿੱਚ ਕਹਿ ਸਕਦੇ ਹਾਂ ਸਲਾਹ ਮਸ਼ਵਰੇ ਤੋਂ ਬਾਅਦ। ਆਫਟਰ ਕੰਸਲਟੇਸ਼ਨ ਵਿਦ ਦ ਲੀਗਲ ਟੀਮ ਵੀ ਡਿਸਾਈਡਡ ਟੂ ਮੂਵ ਫਾਰਵਰਡ ਵਿਦ ਦ ਕੇਸ। ਕਾਨੂੰਨੀ ਟੀਮ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਅਸੀਂ ਕੇਸ ਅੱਗੇ ਵਧਾਉਣ ਦਾ ਫੈਸਲਾ ਕੀਤਾ। ਤਾਂ ਆ ਗਿਆ ਸਲਾਹ ਮਸ਼ਵਰੇ ਤੋਂ ਬਾਅਦ। ਦੈਨ ਕਮਸ ਆਫਟਰ ਇਫੈਕਟ। ਯੂਜਲੀ ਨੈਗੇਟਿਵ ਆਊਟਕਮਸ ਲਈ ਆਪਾਂ ਰੈਫਰ ਕਰਦੇ ਹਾਂ ਕਿ ਕੋਈ ਕੰਮ ਆਪਾਂ ਕੀਤਾ ਤਾਂ ਉਹਦਾ ਨੈਗੇਟਿਵ ਆਊਟਕਮ ਆ ਨਿਕਲਿਆ, ਯਾਨੀ ਆਫਟਰ ਇਫੈਕਟ ਉਹਦਾ ਇਹ ਸੀ। ਜਾਂ ਕਹਿ ਸਕਦੇ ਸੈਕੰਡਰੀ ਇਫੈਕਟ ਜਾਂ ਸੈਕੰਡਰੀ ਰਿਜ਼ਲਟ ਜਿਹੜਾ ਕਿਸੇ ਈਵੈਂਟ ਤੋਂ ਬਾਅਦ ਹੁੰਦਾ ਹੈ ਉਹਨੂੰ ਆਫਟਰ ਇਫੈਕਟ ਕਿਹਾ ਜਾਂਦਾ ਹੈ, ਜਿਹਨੂੰ ਪੰਜਾਬੀ ਵਿੱਚ ਅਸੀਂ ਕਹਿੰਦੇ ਹਾਂ ਬਾਅਦ ਦੇ ਅਸਰ। ਕਿ ਕੋਈ ਚੀਜ਼ ਕੀਤੀ ਗਈ, ਕੋਈ ਕੰਮ ਕੀਤਾ ਗਿਆ, ਉਹਦੇ ਆਫਟਰ ਇਫੈਕਟਸ ਇਹ ਸੀ, ਯਾਨੀ ਉਹਦੇ ਬਾਅਦ ਦੇ ਅਸਰ ਇਹ ਸਨ। ਦ ਆਫਟਰ ਇਫੈਕਟਸ ਆਫ ਦ ਮੈਡੀਸਿਨ ਵਰ ਮਾਈਲਡ ਬਟ ਨੋਟਿਸੇਬਲ। ਦਵਾਈ ਦੇ ਬਾਅਦ ਦੇ ਅਸਰ ਹਲਕੇ ਪਰ ਮਹਿਸੂਸ ਕਰਨ ਯੋਗੇ ਸਨ। ਮਾਈਲਡ ਯਾਨੀ ਹਲਕੇ, ਨੋਟਿਸੇਬਲ ਮਹਿਸੂਸ ਕਰਨ ਯੋਗੇ ਸਨ। ਤਾਂ ਆਫਟਰ ਇਫੈਕਟ ਬਾਅਦ ਦੇ ਅਸਰ। ਦੈਨ ਕਮਸ ਦ ਵਰਡ ਏਜੰਡਾ। ਏਜੰਡਾ ਹੁੰਦਾ ਜਿਵੇਂ ਮੀਟਿੰਗਸ ਦੇ ਵਿੱਚ ਆਪਾਂ ਵਰਡ ਯੂਜ਼ ਕਰਦੇ ਹਾਂ ਮੀਟਿੰਗ ਦਾ ਏਜੰਡਾ। ਮੀਨਸ ਅਸੀਂ ਪਲਾਨ ਕੀਤਾ, ਇੱਕ ਲਿਸਟ ਬਣਾਈ ਹੋਈ ਹੈ ਕਿ ਮੀਟਿੰਗ ਦੇ ਵਿੱਚ ਆਹ ਕਰਨਾ ਹੈ। ਅ ਲਿਸਟ ਔਰ ਅ ਪਲਾਨ ਆਫ ਥਿੰਗਸ ਟੂ ਬੀ ਡਨ ਇਨ ਅ ਮੀਟਿੰਗ। ਤਾਂ ਉਹਨੂੰ ਏਜੰਡਾ ਕਹਿ ਦਿੰਦੇ ਹਾਂ, ਕਿਸੇ ਵੀ ਚੀਜ਼ ਦਾ ਏਜੰਡਾ। ਕਾਰਜ ਸੂਚੀ ਵਰਡ ਅਸੀਂ ਯੂਜ਼ ਕਰਦੇ ਹਾਂ ਪੰਜਾਬੀ ਵਿੱਚ। ਦ ਮੇਨ ਏਜੰਡਾ ਆਫ ਦ ਮੀਟਿੰਗ ਇਜ਼ ਟੂ ਡਿਸਕਸ ਦ ਨਿਊ ਪ੍ਰੋਜੈਕਟ। ਮੀਟਿੰਗ ਦਾ ਮੁੱਖ ਏਜੰਡਾ, ਸੌਰੀ ਇੱਥੇ ਗਲਤੀ ਨਾਲ ਏਜੰਡਾ ਵਰਡ ਹੀ ਯੂਜ਼ ਹੋ ਗਿਆ ਕਿਉਂਕਿ ਜਨਰਲੀ ਕੀ ਹੁੰਦਾ ਹੈ ਕਿ ਅੱਜ ਕੱਲ੍ਹ ਇੰਗਲਿਸ਼ ਦੇ ਵਰਡਸ ਨੂੰ ਐਜ਼ ਸੱਚ ਪੰਜਾਬੀ ਵਿੱਚ ਲਿਖਿਆ ਜਾਣ ਲੱਗ ਪਿਆ। ਤਾਂ ਏਜੰਡਾ ਲਈ ਤੁਸੀਂ ਕਾਰਜ ਸੂਚੀ ਵੀ ਯੂਜ਼ ਕਰ ਸਕਦੇ ਹੋ ਔਰ ਕਈ ਜਗ੍ਹਾ 'ਤੇ ਏਜੰਡਾ ਹੀ ਯੂਜ਼ ਕਰ ਲਿਆ ਜਾਂਦਾ ਵਰਡ, ਪਰ ਕਾਰਜ ਸੂਚੀ ਵਰਡ ਯੂਜ਼ ਕਰਨਾ ਜ਼ਿਆਦਾ ਵਧੀਆ। ਜਾਂ ਮੀਟਿੰਗ ਦੀ ਮੁੱਖ ਕਾਰਜ ਸੂਚੀ ਨਵੇਂ ਪ੍ਰੋਜੈਕਟ 'ਤੇ ਚਰਚਾ ਕਰਨੀ ਹੈ। ਅਗਲਾ ਵਰਡ ਹੈ ਏਜੰਟ। ਏਜੰਟ ਹੁੰਦਾ ਹੈ ਉਹ ਪਰਸਨ ਜਿਹੜਾ ਦੂਸਰੇ ਦੇ ਬਿਹਾਫ 'ਤੇ ਕੰਮ ਕਰਦਾ ਹੈ। ਟਿਪੀਕਲੀ ਅਸੀਂ ਬਿਜ਼ਨਸ ਜਾਂ ਲੀਗਲ ਮੈਟਰਸ 'ਚ ਵਰਡ ਯੂਜ਼ ਕਰਦੇ ਹਾਂ ਕਿ ਏਜੰਟ ਹੈ। ਏਜੰਟ ਅਸੀਂ ਇੰਗਲਿਸ਼ 'ਚ ਕਹਿ ਰਹੇ ਹਾਂ, ਪੰਜਾਬੀ ਵਿੱਚ ਵੀ ਇਹੀ ਵਰਡ ਯੂਜ਼ ਹੋ ਰਿਹਾ, ਪਰ ਬੋਲਣ ਦਾ ਤਰੀਕਾ ਬਦਲ ਗਿਆ। ਬੋਲਾਂਗੇ ਅਸੀਂ ਏਜੰਟ, ਕਿਉਂਕਿ ਜਿਵੇਂ ਬੋਲਾਂਗੇ ਉਵੇਂ ਹੀ ਲਿਖਾਂਗੇ। ਏਜੰਟ। ਦ ਰੀਅਲ ਅਸਟੇਟ ਏਜੰਟ ਹੈਲਪਡ ਅਸ ਫਾਈਂਡ ਅ ਨਿਊ ਹਾਊਸ। ਰੀਅਲ ਐਸਟੇਟ ਏਜੰਟ ਨੇ ਸਾਨੂੰ ਨਵਾਂ ਘਰ ਲੱਭਣ ਵਿੱਚ ਮਦਦ ਕੀਤੀ।
ਐਗਰੀਗੇਟ ਹੁੰਦਾ ਹੈ ਟੋਟਲ ਕਹਿ ਸਕਦੇ ਹੋ ਜਾਂ ਕੰਬਾਈਨਡ ਅਮਾਉਂਟ ਕਹਿ ਸਕਦੇ ਆ, ਤਾਂ ਸਮੂਹ ਕਹਿ ਸਕਦੇ ਆ, ਇਕੱਠ ਕਹਿ ਸਕਦੇ ਆ ਪੰਜਾਬੀ ਵਿੱਚ। ਦ ਐਗਰੀਗੇਟ ਸਕੋਰ ਆਫ ਦ ਟੀਮ ਵਾਜ਼ ਹਾਇਰ ਦੈਨ ਐਕਸਪੈਕਟਡ। ਟੀਮ ਦਾ ਕੁੱਲ ਸਕੋਰ ਉਮੀਦ ਤੋਂ ਵੱਧ ਸੀ। ਐਗਰੀਗੇਟ ਸਕੋਰ, ਕੁੱਲ ਸਕੋਰ ਉਮੀਦ ਤੋਂ ਵੱਧ ਸੀ। ਕੁੱਲ ਕਹਿ ਸਕਦੇ ਹਾਂ, ਇਕੱਠਾ ਕਹਿ ਸਕਦੇ ਹਾਂ। ਤਾਂ ਸੈਂਟੈਂਸ ਦੇ ਉੱਪਰ ਡਿਪੈਂਡ ਕਰੇਗਾ ਕਿ ਕਿਹੜਾ ਵਰਡ ਯੂਜ਼ ਕਰਨਾ ਹੈ ਉਹਦੀ ਜਗ੍ਹਾ 'ਤੇ। ਤਾਂ ਐਗਰੀਗੇਟ ਕੁੱਲ ਵੀ ਹੋ ਸਕਦਾ ਹੈ, ਜਿਹਨੂੰ ਆਪਾਂ ਇੰਗਲਿਸ਼ ਵਿੱਚ ਟੋਟਲ ਕਹਿੰਦੇ ਹਾਂ। ਨੈਕਸਟ ਵਰਡ ਇਜ਼ ਅਗਰੈਸਰ। ਅਗਰੈਸਰ ਹੁੰਦਾ ਹੈ ਕੋਈ ਪਰਸਨ ਜਿਹੜਾ ਅਸੀਂ ਕਹਿ ਸਕਦੇ ਦੂਸਰੇ 'ਤੇ ਅਟੈਕ ਕਰ ਰਿਹਾ ਹੈ, ਜਾਂ ਕੰਟਰੀ ਵਾਸਤੇ ਵੀ ਵਰਡ ਯੂਜ਼ ਹੋ ਜਾਂਦਾ ਉਹ ਕੰਟਰੀ ਜਿਹਨੇ ਦੂਸਰੇ ਕੰਟਰੀ ਦੇ ਉੱਪਰ ਅਟੈਕ ਇਨੀਸ਼ੀਏਟ ਕੀਤਾ ਹੈ। ਤਾਂ ਅਗਰੈਸਰ ਪੰਜਾਬੀ ਵਿੱਚ ਕਹਾਂਗੇ ਹਮਲਾਵਰ। ਦ ਕੰਟਰੀ ਡਿਫੈਂਡਡ ਇਟਸੈਲਫ ਅਗੇਂਸਟ ਦ ਅਗਰੈਸਰ। ਦੇਸ਼ ਨੇ ਹਮਲਾਵਰ ਦੇ ਖਿਲਾਫ ਆਪਣੀ ਰੱਖਿਆ ਕੀਤੀ। ਨੈਕਸਟ ਵਰਡ ਇਜ਼ ਅਗਰੀਵ। ਅਗਰੀਵ ਹੁੰਦਾ ਹੈ ਡਿਸਟ੍ਰੈਸ ਕਾਜ਼ ਕਰਨਾ, ਜਾਂ ਕਹਿ ਸਕਦੇ ਹਾਂ ਕਿਸੇ ਨੂੰ ਟਰਬਲ 'ਚ ਪਾਉਣਾ। ਪੰਜਾਬੀ ਵਿੱਚ ਕਹਿ ਸਕਦੇ ਹਾਂ ਦੁਖੀ ਕਰਨਾ। ਦ ਡਿਸੀਜਨ ਸੀਮ ਟੂ ਅਗਰੀਵ ਅ ਲਾਰਜ ਨੰਬਰ ਆਫ ਇੰਪਲੋਈਜ਼। ਇਹ ਫੈਸਲਾ ਬਹੁਤ ਸਾਰੇ ਕਰਮਚਾਰੀਆਂ ਨੂੰ ਦੁਖੀ ਕਰਨ ਵਾਲਾ ਲੱਗਿਆ। ਐਗਰੀਵ, ਦੁਖੀ ਕਰਨਾ। ਨੈਕਸਟ ਵਰਡ ਇਜ਼ ਐਜਾਈਲ। ਐਜਾਈਲ ਹੁੰਦਾ ਹੈ ਜਿਹੜਾ ਬਹੁਤ ਜ਼ਿਆਦਾ ਆਪਾਂ ਕਹਿੰਦੇ ਕੁਇੱਕ ਹੈ, ਜਾਂ ਮੈਂਟਲੀ ਬਹੁਤ ਕੁਇੱਕ ਹੈ ਜਾਂ ਸ਼ਾਰਪ ਹੈ। ਫੁਰਤੀਲਾ ਵਰਡ ਅਸੀਂ ਪੰਜਾਬੀ ਵਿੱਚ ਯੂਜ਼ ਕਰਦੇ ਹਾਂ, ਜਿਵੇਂ ਜਿਮਨਾਸਟ ਵਾਜ਼ ਇਨਕ੍ਰੈਡੀਬਲੀ ਅਜਾਈਲ ਡਿਊਰਿੰਗ ਹਰ ਰੂਟੀਨ। ਜਿਮਨਾਸਟ ਆਪਣੇ ਰੂਟੀਨ ਦੌਰਾਨ ਬੇਹੱਦ ਫੁਰਤੀਲੀ ਸੀ, ਮਤਲਬ ਬਹੁਤ ਜ਼ਿਆਦਾ ਕੁਇਕਨੈਸ ਹੋਣੀ ਕਿਸੇ ਪਰਸਨ ਦੇ ਉੱਪਰ। ਐਜਿਲਿਟੀ ਇਜ਼ ਲਾਈਕ ਅ ਐਟਰੀਬਿਊਟ ਯੂ ਕੈਨ ਸੇ, ਕੁਆਲਿਟੀ ਹੈ ਕਿਸੇ ਦੀ, ਫੁਰਤੀਲਾ ਹੋਣਾ। ਤਾਂ ਐਜਾਈਲ, ਫੁਰਤੀਲਾ। ਨੈਕਸਟ ਵਰਡ ਇਜ਼ ਐਗੋਨਿਸਟਿਕ। ਐਗੋਨਿਸਟਿਕ ਹੁੰਦਾ ਹੈ ਜਿਵੇਂ ਅਸੀਂ ਕਹਿ ਸਕਦੇ ਹਾਂ ਬੇਸਿਕਲੀ ਸਪੋਰਟਸ ਜਾਂ ਡਿਬੇਟਸ ਦੇ ਵਿੱਚ ਵਰਡ ਯੂਜ਼ ਹੁੰਦਾ ਹੈ ਕਿ ਕੰਪੀਟੀਟਿਵ ਨੇਚਰ ਦਾ ਹੋਣਾ ਜਾਂ ਕੰਬੈਟਿਵ ਨੇਚਰ ਦਾ ਹੋਣਾ। ਕਹਿ ਸਕਦੇ ਹਾਂ ਪੰਜਾਬੀ ਵਿੱਚ ਵਿਵਾਦੀ। ਹਿਜ਼ ਐਗੋਨਿਸਟਿਕ ਬਿਹੇਵੀਅਰ ਆਫਨ ਲੈਡ ਟੂ ਕਨਫਲਿਕਟਸ ਵਿਦ ਹਿਜ਼ ਟੀਮਮੇਟਸ। ਉਸ ਦਾ ਮੁਕਾਬਲਾ ਪ੍ਰਸਤ ਵਰਤਾਅ ਵਿਵਾਦੀ ਵਰਤਾਅ ਵੀ ਕਹਿ ਸਕਦੇ ਹਾਂ। ਇੱਥੇ ਲਿਖਣ ਲੱਗੇ ਮੁਕਾਬਲਾ ਪ੍ਰਸਤ ਵਰਤਾਅ ਲਿਖਿਆ ਗਿਆ ਹੈ। ਮੁਕਾਬਲਾ ਪ੍ਰਸਤ ਵੀ ਵਰਡ ਯੂਜ਼ ਹੁੰਦਾ ਐਗੋਨਿਸਟਿਕ ਲਈ, ਤੁਸੀਂ ਵਿਵਾਦੀ ਵੀ ਲਿਖ ਸਕਦੇ ਹੋ। ਵਿਵਾਦੀ ਥੋੜ੍ਹਾ ਜਿਹਾ ਈਜ਼ੀ ਹੈ ਲਿਖਣ 'ਚ ਵੀ, ਪੜ੍ਹਨ 'ਚ ਵੀ ਅਤੇ ਬੋਲਣ 'ਚ ਵੀ। ਉਸ ਦਾ ਵਿਵਾਦੀ ਵਰਤਾਅ ਅਕਸਰ ਉਸਦੇ ਸਾਥੀਆਂ ਨਾਲ ਟਕਰਾਵ ਦਾ ਕਾਰਨ ਬਣਦਾ ਸੀ। ਤਾਂ ਐਗੋਨਿਸਟਿਕ, ਵਿਵਾਦੀ। ਨੈਕਸਟ ਵਰਡ ਇਜ਼ ਐਗਨੀ। ਐਗਨੀ ਆਪਾਂ ਕਹਿ ਸਕਦੇ ਬਹੁਤ ਜ਼ਿਆਦਾ ਐਕਸਟ੍ਰੀਮ ਮੈਂਟਲ ਪੇਨ, ਜਾਂ ਫਿਰ ਬਹੁਤ ਜ਼ਿਆਦਾ ਐਕਸਟ੍ਰੀਮ ਫਿਜ਼ੀਕਲ ਪੇਨ ਜਾਂ ਸਫਰਿੰਗ। ਤਾਂ ਪੀੜਾ, ਐਗਨੀ, ਪੀੜਾ। ਸ਼ੀ ਵਾਜ਼ ਇਨ ਐਗਨੀ ਆਫਟਰ ਦ ਐਕਸੀਡੈਂਟ। ਹਾਦਸੇ ਦੇ ਬਾਅਦ ਉਹ ਬਹੁਤ ਪੀੜਾ ਵਿੱਚ ਸੀ। ਤਾਂ ਐਗਨੀ, ਪੀੜਾ। ਨੈਕਸਟ ਵਰਡ ਇਜ਼ ਐਲਮਦ। ਬਹੁਤ ਜ਼ਿਆਦਾ ਕੋਰਟ ਦੇ ਵਿੱਚ ਯੂਜ਼ ਹੋਣ ਵਾਲਾ ਵਰਡ ਹੈ ਐਲਮਦ। ਪਹਿਲੀ ਵਾਰ ਜਦੋਂ ਮੈਂ ਇਹ ਵਰਡ ਸੁਣਿਆ ਸੀ ਕੋਰਟ ਦੇ ਵਿੱਚ ਤਾਂ ਮੈਨੂੰ ਲੱਗਿਆ ਸੀ ਕਿ ਪਤਾ ਨਹੀਂ ਕਿਹੜਾ ਵਰਡ ਹੈ, ਬਹੁਤ ਫੈਂਸੀ ਜਿਹਾ ਲੱਗਦਾ ਸੁਣਨ 'ਚ। ਐਲਮਦ, ਇੱਦਾਂ ਲੱਗਦਾ ਪਤਾ ਨਹੀਂ ਕਿਸ ਲੈਂਗੁਏਜ ਦਾ ਵਰਡ ਹੈ। ਐਲਮਦ ਉਹ ਪਰਸਨ ਹੁੰਦਾ ਜਿਹੜਾ ਕੋਰਟਸ ਦੇ ਅੰਦਰ ਰਿਕਾਰਡ ਜਾਂ ਫਾਈਲਸ ਮੇਨਟੇਨ ਕਰਦਾ ਹੈ। ਉਹ ਕਲਰਕ ਜਾਂ ਉਹ ਐਡਮਿਨਿਸਟ੍ਰੇਟਿਵ ਸਟਾਫ ਮੈਂਬਰ, ਤਾਂ ਉਹਨੂੰ ਐਲਮਦ ਕਿਹਾ ਜਾਂਦਾ ਹੈ। ਤਾਂ ਐਲਮਦ ਨੂੰ ਪੰਜਾਬੀ ਵਿੱਚ ਵੀ ਐਲਮਦ ਹੀ ਲਿਖਿਆ ਜਾਂਦਾ ਹੈ। ਅਹਲਮਦ, ਅਹਲਮਦ, ਅਹਲਮਦ। ਬੋਲਣ 'ਚ ਫਲੋ 'ਚ ਅਸੀਂ ਐਲਮਦ ਹੀ ਕਹਿੰਦੇ ਹਾਂ ਪੰਜਾਬੀ ਵਿੱਚ ਵੀ ਅਤੇ ਇੰਗਲਿਸ਼ ਵਿੱਚ ਵੀ, ਐਲਮਦ। ਲਿਖਣ ਲੱਗੇ ਤੁਹਾਨੂੰ ਪੂਰਾ ਧਿਆਨ ਰੱਖਣਾ ਪਏਗਾ ਸਪੈਲਿੰਗ ਕੀ ਆਉਣਗੇ ਪੰਜਾਬੀ 'ਚ। ਦਾ ਐਲਮਦ ਇਜ਼ ਰਿਸਪੋਂਸਿਬਲ ਫॉर ਮੇਨਟੇਨਿੰਗ ਦ ਕੋਰਟਸ ਰਿਕਾਰਡਸ। ਅਹਲਮਦ, ਜੋ ਬੋਲੋਗੇ ਉਹੀ ਲਿਖੋਗੇ। ਅਹਲਮਦ ਅਦਾਲਤ ਦੇ ਰਿਕਾਰਡ ਸਾਂਭਣ ਲਈ ਜ਼ਿੰਮੇਵਾਰ ਹੁੰਦਾ ਹੈ। ਹੁਣ ਦੇਖੋ ਇੱਥੇ ਸੀ ਰਿਕਾਰਡਸ, ਆਪਾਂ ਇੰਗਲਿਸ਼ 'ਚ ਬੋਲਦੇ ਹਾਂ ਰਿਕਾਰਡਸ, ਬਟ ਪੰਜਾਬੀ ਵਿੱਚ ਲਿਖਿਆ ਰਿਕਾਰਡ। ਤਾਂ ਇਸ ਲਈ ਵਰਡਸ ਨੂੰ ਜਦੋਂ ਆਪਾਂ ਪੜ੍ਹਨਾ ਹੈ ਤਾਂ ਬਹੁਤ ਧਿਆਨ ਨਾਲ ਪੜ੍ਹਨਾ, ਨਹੀਂ ਤਾਂ ਲਿਖਣ 'ਚ ਗਲਤੀ ਹੋਏਗੀ। ਨੈਕਸਟ ਵਰਡ ਹੈ ਅਲਰਟ। ਅਲਰਟ ਜਿਵੇਂ ਕਿ ਅਸੀਂ ਕਹਿੰਦੇ ਹਾਂ ਕਿ ਬਹੁਤ ਜ਼ਿਆਦਾ ਵਿਜੀਲੈਂਟ ਹੋਣਾ ਜਾਂ ਬਹੁਤ ਜ਼ਿਆਦਾ ਅਟੈਂਟਿਵ ਹੋਣਾ ਕਿ ਕੋਈ ਪ੍ਰੋਬਲਮ ਜਾਂ ਡੇਂਜਰ ਅਰਾਈਜ਼ ਹੋ ਸਕਦਾ ਹੈ। ਤਾਂ ਪੰਜਾਬੀ ਵਿੱਚ ਕਹਿ ਸਕਦੇ ਹਾਂ ਬਹੁਤ ਜ਼ਿਆਦਾ ਚੌਕਸ ਹੋਣਾ ਜਾਂ ਬਹੁਤ ਸਾਵਧਾਨ ਹੈ ਕੋਈ। ਦ ਸੋਲਜਰਸ ਰਿਮੇਨਡ ਅਲਰਟ ਥਰੂ ਆਊਟ ਦ ਨਾਈਟ। ਸਿਪਾਹੀ ਸਾਰੀ ਰਾਤ ਚੌਕਸ ਰਹੇ ਜਾਂ ਸਾਰੀ ਰਾਤ ਸਾਵਧਾਨ ਰਹੇ। ਤਾਂ ਅਲਰਟ, ਚੌਕਸ ਜਾਂ ਸਾਵਧਾਨ। ਨੈਕਸਟ ਵਰਡ ਇਜ਼ ਅਲਾਰਮ। ਅਲਾਰਮ ਬੇਸਿਕਲੀ ਇਹ ਡਿਵਾਈਸ ਵੀ ਹੁੰਦੀ ਹੈ ਜਿਹੜੀ ਦੱਸਦੀ ਹੈ ਕਿ ਹਾਂ ਡੇਂਜਰ ਰਾਈਜ਼ ਹੋਣ ਲੱਗਾ, ਅਲਾਰਮ ਵੱਜ ਜਾਂਦਾ ਹੈ। ਜਾਂ ਫਿਰ ਅਲਾਰਮ ਨੂੰ ਆਪਾਂ ਇਹ ਕਹਿ ਸਕਦੇ ਹਾਂ ਅਲਾਰਮਿੰਗ ਸਿਚੁਏਸ਼ਨ, ਮਤਲਬ ਇੱਕ ਸਡਨ ਫੀਲਿੰਗ ਹੈ ਆਫ ਫੀਅਰ ਜਾਂ ਐਨਜ਼ਾਈਟੀ ਕਿ ਕੁਛ ਡੇਂਜਰਸ ਅਨਐਕਸਪੈਕਟਡ ਹੋਣ ਵਾਲਾ ਹੈ, ਤਾਂ ਉਹਨੂੰ ਵੀ ਕਹਿ ਸਕਦੇ ਹਾਂ ਅਲਾਰਮ। ਤਾਂ ਬੇਸਿਕਲੀ ਅਲਾਰਮ ਜਿਹੜਾ ਹੈ ਉਹ ਇੱਕ ਡਿਵਾਈਸ ਲਈ ਯੂਜ਼ ਹੁੰਦਾ ਹੈ ਜਿਹਨੂੰ ਪੰਜਾਬੀ ਵਿੱਚ ਕਹਿ ਸਕਦੇ ਹਾਂ ਅਲਾਰਮ ਘੰਟੀ। ਅਲਾਰਮ ਇੰਗਲਿਸ਼ ਵਿੱਚ ਕਿਹਾ ਗਿਆ, ਪੰਜਾਬੀ ਵਿੱਚ ਜਦੋਂ ਅਸੀਂ ਲਿਖਿਆ ਤਾਂ ਅਲਾਰਮ ਲਿਖਿਆ, ਅਲਾਰਮ ਘੰਟੀ। ਦ ਸਡਨ ਅਲਾਰਮ ਕਾਜ਼ਡ ਪੈਨਿਕ ਅਮੰਗ ਦ ਪੈਸੇਂਜਰਸ। ਅਚਾਨਕ ਅਲਾਰਮ ਘੰਟੀ ਨੇ ਯਾਤਰੀਆਂ ਵਿੱਚ ਦਹਿਸ਼ਤ ਪੈਦਾ ਕਰ ਦਿੱਤੀ। ਪੈਨਿਕ ਕ੍ਰੀਏਟ ਕਰਤਾ, ਦਹਿਸ਼ਤ ਪੈਦਾ ਕਰ ਦਿੱਤੀ। ਤਾਂ ਅਲਾਰਮ, ਅਲਾਰਮ ਘੰਟੀ। ਲਾਸਟ
30th word is allied services. ਅਲਾਈਡ ਸਰਵਿਸਿਜ਼ ਹੁੰਦੀਆਂ ਪ੍ਰਾਇਮਰੀ ਸਰਵਿਸਿਜ਼ ਦੇ ਨਾਲ ਜਿਹੜੀ ਐਸੋਸੀਏਟਡ ਜਾਂ ਕਨੈਕਟਡ ਸਰਵਿਸਿਜ਼ ਹੋਣ ਤਾਂ ਉਹਨੂੰ ਅਲਾਈਡ ਸਰਵਿਸਿਜ਼ ਕਹਿ ਸਕਦੇ ਹਾਂ। ਮਤਲਬ ਮੇਨ ਪ੍ਰਾਇਮਰੀ ਸਰਵਿਸਿਜ਼ ਦੇ ਨਾਲ ਸਪੋਰਟਕਾਰੀ ਜਿਹੜੀ ਸਰਵਿਸਿਜ਼ ਹੈ, ਯਾਨੀ ਸਹਿਯੋਗੀ ਸੇਵਾਵਾਂ। ਸਪੋਰਟਿਵ ਸਰਵਿਸਿਜ਼ ਕਹਿ ਸਕਦੇ ਹਾਂ, ਤਾਂ ਸਪੋਰਟਿਵ ਤੋਂ ਬਣਿਆ ਸਹਿਯੋਗੀ ਸੇਵਾਵਾਂ। ਹੀ ਕੁਆਲੀਫਾਈਡ ਫॉर द ਅਲਾਈਡ ਸਰਵਿਸਿਜ਼ ਇਨ ਦ ਸਿਵਲ ਐਗਜ਼ਾਮਸ। ਉਸਨੇ ਸਿਵਲ ਪ੍ਰੀਖਿਆਵਾਂ ਵਿੱਚ ਸਹਿਯੋਗੀ ਸੇਵਾਵਾਂ ਲਈ ਯੋਗਤਾ ਪ੍ਰਾਪਤ ਕੀਤੀ। ਤਾਂ ਅਲਾਈਡ ਸਰਵਿਸਿਜ਼ ਨੂੰ ਪੰਜਾਬੀ ਵਿੱਚ ਕਿਵੇਂ ਕਿਹਾ? ਸਹਿਯੋਗੀ ਸੇਵਾਵਾਂ। ਤਾਂ ਇੱਥੇ ਤੱਕ ਅਸੀਂ ਕੀਤੇ ਨੇ 30 ਨਿਊ ਵਰਡਸ, ਜਿਨ੍ਹਾਂ ਨੂੰ ਅਸੀਂ ਪੰਜਾਬੀ ਵਿੱਚ ਬਹੁਤ ਡਿਟੇਲ ਵਿੱਚ ਸਿੱਖਿਆ। ਇਸ ਦੇ ਨਾਲ ਹੀ ਐਂਡ ਕਰਦੇ ਹਾਂ ਅੱਜ ਦੀ ਇਸ ਵੀਡੀਓ ਨੂੰ। ਫਿਰ ਮਿਲਾਂਗੇ ਇਸੀ ਸੀਰੀਜ਼ ਨੂੰ ਕੰਟੀਨਿਊ ਕਰਦੇ ਹੋਏ ਨੈਕਸਟ ਵੀਡੀਓ ਦੇ ਵਿੱਚ। ਉਮੀਦ ਹੈ ਤੁਹਾਨੂੰ ਇਹ ਵੀਡੀਓਜ਼ ਤੋਂ ਥੋੜੀ ਬਹੁਤ ਮਦਦ ਤਾਂ ਮਿਲ ਹੀ ਰਹੀ ਹੋਏਗੀ। ਇਸ ਵੀਡੀਓ ਨੂੰ ਦੇਖਣ ਲਈ ਬਹੁਤ ਬਹੁਤ ਧੰਨਵਾਦ।